हाँ जी डियर स्टूडेंट्स, अज बेटा आप जमात 8वीं ठीक है ਜਿਹੜਾ ਆਪਾਂ ਨੂੰ पेपर ਦਾ ਪੈਟਰਨ ਆਉਣਾ ਹੈ, पेपर ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਣੀ ਹੈ ਠੀਕ ਹੈ। ਫਾਈਨਲ ਐਗਜ਼ਾਮ ਦੇ ਵਿੱਚ ਪੰਜਾਬ ਬੋਰਡ ਵੱਲੋਂ ਜਿਹੜਾ ਤੁਹਾਨੂੰ ਪੇਪਰ ਪਾਇਆ ਜਾਣਾ ਉਹ ਕਿਸ ਤਰ੍ਹਾਂ ਦਾ ਹੋਏਗਾ, ਕਿਵੇਂ ਆਏਗਾ ਤੁਹਾਨੂੰ ਪੇਪਰ ਠੀਕ ਹੈ। ਲੋਕਡਾਊਨ ਦੇ ਦੌਰਾਨ ਕਿਉਂਕਿ ਆਪਾਂ ਨੂੰ ਬਹੁਤ ਚੀਜ਼ਾਂ ਦਾ ਅਜੇ ਤੱਕ ਨਹੀਂ ਪਤਾ, ਕੁਝ ਬੱਚਿਆਂ ਨੂੰ ਵੀ ਪੇਪਰ ਕਿਵੇਂ ਆਉਣਾ ਹੈ ਕਿਵੇਂ, ਕਿਉਂਕਿ ਜੋ ਆਪਾਂ 7th ਕਲਾਸ ਦੇ ਵਿੱਚ ਕਰਦੇ ਸੀ ਤੁਹਾਨੂੰ ਸਾਰਿਆਂ ਨੂੰ ਉਸੇ ਤਰ੍ਹਾਂ ਹੀ ਲੱਗਦਾ ਹੈ। पर जो 8वीं क्लास के आके पेपर का जो पैटर्न है बिल्कुल ही चेंज हो जाना है। किस तरह आना तुहानूं पेपर, बहुत सौखा पेपर होंदा है ठीक है। पर तुसीं ने सब तो मेनली गल की है, जो पेपर है जो अपनी तैयारी करनी है पेपर की, सब तो पहला चैप्टर नूं वधिया तरीके नाल पढ़ना है, पाठ नूं ध्यान नाल पढ़ना है, उहदे विचों कल्ली कल्ली चीज़ समझनी है ठीक है। तो ਉਹਦੇ ਵਿੱਚੋਂ 18 ਨੰਬਰ ਦੇ ਤੁਹਾਨੂੰ ਇਹ ਪੈਰੇ ਆ ਜਾਣਗੇ ਠੀਕ ਹੈ। ਹਰੇਕ ਕੁਐਸਚਨ ਹੈ ਜਿਹੜਾ ਉਹ 1 ਨੰਬਰ ਦਾ ਹੋਏਗਾ। ਕੁੱਲ ਅੰਕ ਟੋਟਲ ਪੇਪਰ ਹੈ ਤੁਹਾਡਾ ਕੀ ਹੈ 90 ਨੰਬਰ ਦਾ ਹੋਏਗਾ ਤੇ 10 ਨੰਬਰ ਦੀ ਅਸੈਸਮੈਂਟ ਹੋਏਗੀ ਤੁਹਾਡੀ ਠੀਕ ਹੈ। ਸਮਾਂ ਕੀ ਹੈ ਆਪਣਾ 3 ਘੰਟੇ ਹੋਏਗਾ ਤੇ ਜਿਹੜਾ ਆਪਣਾ ਵਿਸ਼ਾ ਹੈ ਇਹ ਪੰਜਾਬੀ ਹੈ, ਪਹਿਲੀ ਭਾਸ਼ਾ ਹੈ ਆਪਣੀ ਠੀਕ ਹੈ। ਤੇ ਉਸ ਸਭ ਤੋਂ ਪਹਿਲਾਂ ਆਪਾਂ ਬੇਟਾ ਪੜ੍ਹਦੇ ਹਾਂ, ਹੇਠ ਲਿਖੇ ਪੈਰੇ ਵਿੱਚੋਂ ਦਿੱਤੇ ਗਏ ਪ੍ਰਸ਼ਨਾਂ ਦਾ ਉਚਿਤ ਵਿਕਲਪ ਚੁਣ ਕੇ ਉੱਤਰ ਦਿਓ ਠੀਕ ਹੈ। ਇਹ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਦੇਖਣਾ ਵੀ ਆਪਾਂ ਨੂੰ ਪੈਰਾ ਕਿਹੜੇ ਚੈਪਟਰ ਦੇ ਵਿੱਚੋਂ ਆਇਆ। ਇਹ ਪੈਰਾ ਜਿਹੜਾ ਇਹ ਆਪਾਂ ਨੂੰ पाठ 14 ਸਾਂਝੀ ਮਾਂ ठीक है वो चैप्टर ਦੇ ਵਿੱਚੋਂ ਆਇਆ ਇਹ ਪੈਰਾ। ਹੁਣ ਜੇ ਆਪਾਂ ਨੇ ਚੈਪਟਰ ਨੂੰ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਪੜ੍ਹਿਆ ਹੋਵੇਗਾ ਤਾਂ ਆਪਾਂ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦੇ ਸਕਦੇ ਹਾਂ ਠੀਕ ਹੈ। ਜਦੋਂ ਆਪਾਂ ਨੂੰ ਚੈਪਟਰ ਦਾ ਹੀ ਨਹੀਂ ਪਤਾ ਵੀ ਆਪਾਂ ਨੇ ਕੀ ਪੜ੍ਹਿਆ, ਕਿਹੜੇ ਚੈਪਟਰ ਦੇ ਵਿੱਚੋਂ ਆਇਆ ਇਹ ਪੈਰਾ, ਫਿਰ ਆਪਾਂ ਨਹੀਂ ਕੁਐਸਚਨ ਕਰ ਸਕਦੇ ਹੈਗੇ। ਹੁਣ ਆਪਾਂ ਨੂੰ ਜਦੋਂ ਆਪਾਂ ਨੇ ਚੈਪਟਰ ਨੂੰ ਧਿਆਨ ਨਾਲ ਪੜ੍ਹ ਲਿਆ ਠੀਕ ਹੈ, ਫਿਰ ਉਸ ਤੋਂ ਬਾਅਦ ਕੀ ਹੈ ਆਪਾਂ ਨੂੰ ਪਤਾ ਲੱਗਾ ਵੀ ਉਹ ਚੈਪਟਰ ਦੇ ਵਿੱਚੋਂ ਇਹ ਪਾਠ ਦੇ ਵਿੱਚੋਂ ਪੈਰਾ ਆਇਆ ਹੈ। ਤਾਂ ਹੁਣ ਆਪਾਂ ਸਭ ਤੋਂ ਪਹਿਲਾਂ ਪੈਰੇ ਨੂੰ ਪੜਾਂਗੇ ਠੀਕ ਹੈ। ਸ਼ਹਿਰ ਦੇ ਨੇੜੇ ਦੇ ਖੇਤਾਂ ਵਿੱਚ ਬੰਬ ਡਿੱਗਣੇ ਸ਼ੁਰੂ ਹੋ ਗਏ, ਕੁਝ ਫਟ ਜਾਂਦੇ ਤੇ ਕੁਝ ਨਾ ਹੀ ਫਟਦੇ। ਨਾ ਫਟਣ ਵਾਲਿਆਂ ਦਾ ਭੈ ਫਟ ਚੁੱਕਿਆਂ ਤੋਂ ਵਧੇਰੇ ਸੀ, ਪਤਾ ਨਹੀਂ ਕਦੋਂ ਫਟ ਜਾਏ। ਇੱਕ ਜ਼ਹਿਰੀਲੀ ਗੈਸ ਦਾ ਬੰਬ ਪੰਜਾਬ ਕੌਰ ਦੇ ਦਰਾਂ ਅੱਗੇ ਆਣ ਡਿੱਗਿਆ। ਦਰਾਂ ਕੀ ਹੁੰਦੀਆਂ ਨੇ, ਮਤਲਬ ਉਹਦੇ ਦਰਵਾਜ਼ੇ ਦੇ ਅੱਗੇ ਆਣ ਡਿੱਗਿਆ ਸੀ। ਉਸਨੇ ਵੇਖਿਆ ਸੀ ਕਿ ਹਰਿਆਈ ਮਤਲਬ ਕੀ ਹੁੰਦਾ, ਹਰਿਆਲੀ, ਹਰਿਆਵਲ, ਖੇਤ ਸੀਗੇ ਹਰੇ ਭਰੇ, ਇਸ ਦੇ ਸੇਕ ਨਾਲ ਹੀ ਫੂਸ ਬਣ ਗਈ ਸੀ। ਸ਼ਾਮ ਤੱਕ ਪੰਜਾਬ ਕੌਰ ਦਾ ਸਾਰਾ ਗੁਆਂਢ ਖਾਲੀ ਹੋ ਗਿਆ ਸੀ। ਜਿਹੜੇ ਪਿੱਛੇ ਰਹਿ ਗਏ ਸਨ ਉਹ ਵੀ ਜਿਉਂਦੇ ਨਹੀਂ ਸਨ ਜਾਪਦੇ। ਸਾਰੀ ਧਰਤੀ ਕਬਰਸਤਾਨ ਬਣ ਗਈ ਹੈ। ਪੰਜਾਬ ਕੌਰ ਦੇ ਜੇ ਕੋਈ ਸਾਥੀ ਸਨ ਤਾਂ ਨਾਲ ਦੇ ਖੇਤ ਵਿੱਚ ਲੱਗੀ ਤੋਪ ਵਾਲੇ ਤੋਪਚੀ। ਉਹ ਵੇਲੇ ਕੁ ਪੰਜਾਬ ਕੌਰ ਕੋਲ ਆ ਬੈਠਦੇ, ਉਹ ਜੰਗ ਦੀਆਂ ਖਬਰਾਂ ਦਿੰਦੇ ਅਤੇ ਜਿੱਤ ਦਾ ਅਹਿਸਾਸ ਕਰਾਉਂਦੇ ਤੇ ਧਰਵਾਸ ਦੇ ਕੇ ਚਲੇ ਜਾਂਦੇ। ਧਰਵਾਸ ਹੁੰਦਾ ਬੇਟਾ ਹੌਸਲਾ ਦੇਣਾ। ਉਹ ਵੀ ਤੋਪਚੀਆਂ ਨੂੰ ਚਾਹ ਪਿਲਾਉਂਦੀ ਅਤੇ ਪਿਆਰ ਦਿੰਦੀ ਤੇ ਸ਼ੇਰ ਬੱਚੇ ਆ ਕੇ ਪੁਕਾਰਦੀ। ਹੁਣ ਆਪਾਂ ਨੇ ਪੈਰਾ ਪੜ੍ਹ ਲਿਆ ਬੇਟਾ, ਪੈਰੇ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਠੀਕ ਹੈ। ਹੁਣ ਉਸ ਤੋਂ ਬਾਅਦ ਆਪਾਂ ਕੀ ਹੈ ਕੁਐਸਚਨ ਕਰਦੇ ਹਾਂ, ਪੜ੍ਹਦੇ ਹਾਂ ਕੀ ਹੈ। ਬੰਬ ਡਿੱਗਣੇ ਕਿੱਥੇ ਸ਼ੁਰੂ ਹੋ ਗਏ ਸੀ, ਕਿੱਥੇ ਡਿੱਗਣੇ ਸ਼ੁਰੂ ਹੋ ਗਏ ਸੀ ਬੰਬ? ਸ਼ਹਿਰ ਵਿੱਚ, ਘਰਾਂ ਵਿੱਚ, ਖੇਤਾਂ ਵਿੱਚ, ਸੜਕਾਂ ਤੇ। ਕਿੱਥੇ ਸ਼ੁਰੂ ਹੋਏ ਸੀਗੇ? ਖੇਤਾਂ ਦੇ ਵਿੱਚ ਠੀਕ ਹੈ, ਆਪਾਂ ਨੇ ਪੈਰੇ ਦੇ ਵਿੱਚ ਪੜ੍ਹ ਲਿਆ। ਜ਼ਹਿਰੀਲੀ ਗੈਸ ਦਾ ਬੰਬ ਕਿੱਥੇ ਆ ਕੇ ਡਿੱਗਿਆ ਸੀ? ਪੰਜਾਬ ਕੌਰ ਦੇ ਘਰ, ਪੰਜਾਬ ਕੌਰ ਦੇ ਦਰਾਂ ਦੇ ਅੱਗੇ, ਜਾਂ ਪੰਜਾਬ ਕੌਰ ਦੇ ਪਿੰਡ ਵਿੱਚ, ਜਾਂ ਪੰਜਾਬ ਕੌਰ ਦੀ ਛੱਤ ਤੇ। ਕਿੱਥੇ ਡਿੱਗਿਆ ਸੀ? ਪੰਜਾਬ ਕੌਰ ਦੇ ਦਰਾਂ ਦੇ ਅੱਗੇ, ਪੰਜਾਬ ਕੌਰ ਦੇ ਘਰ ਦੇ ਅੱਗੇ, ਦਰਵਾਜ਼ੇ ਦੇ ਅੱਗੇ ਜਿਹੜਾ ਜ਼ਹਿਰੀਲਾ ਬੰਬ ਡਿੱਗਿਆ ਸੀ ਠੀਕ ਹੈ। ਹਰਿਆਈ ਕਿਸ ਦੇ ਨਾਲ ਫੂਸ ਬਣ ਗਈ ਸੀ? ਸੂਰਜ ਦੀ ਧੁੱਪ ਦੇ ਨਾਲ, ਅੱਗ ਦੇ ਨਾਲ, ਬੰਬ ਦੇ ਸੇਕ ਦੇ ਨਾਲ, ਜਾਂ ਬਿਜਲੀ ਡਿੱਗਣ ਦੇ ਨਾਲ। ਕਿਸ ਦੇ ਨਾਲ ਬਣ ਗਈ ਸੀ? ਬੰਬ ਦੇ ਸੇਕ ਦੇ ਨਾਲ ਠੀਕ ਹੈ, ਕਿਉਂਕਿ ਜ਼ਹਿਰੀਲੇ ਬੰਬ ਡਿੱਗੇ ਸੀ ਜਿਸ ਕਰਕੇ ਜਿਹੜੇ ਇੱਥੇ ਖੇਤ ਹਰੇ ਭਰੇ ਸੀਗੇ ਉਹ ਸਾਰੇ ਕੀ ਹੈ ਉਹ ਸੇਕ ਦੇ ਨਾਲ ਫੂਸ ਬਣ ਗਏ ਸੀਗੇ ਠੀਕ ਹੈ ਬੇਟਾ। ਪੰਜਾਬ ਕੌਰ ਦਾ ਗੁਆਂਢ ਕਦ ਤੱਕ ਖਾਲੀ ਹੋ ਗਿਆ ਸੀ? ਸਵੇਰ ਤੱਕ, ਦੁਪਹਿਰ ਤੱਕ, ਸ਼ਾਮ ਤੱਕ, ਰਾਤ ਤੱਕ। ਸ਼ਾਮ ਤੱਕ ਉਹਦਾ ਜਿਹੜਾ ਗੁਆਂਢ ਉਹ ਖਾਲੀ ਹੋ ਗਿਆ ਸੀ ਠੀਕ ਹੈ। ਸਾਰੀ ਧਰਤੀ ਕਿਹੋ ਜਿਹੀ ਬਣ ਗਈ ਸੀ? ਬਹੁਤ ਸੋਹਣੀ, ਹਰੀ ਭਰੀ, ਕਬਰਸਤਾਨ, ਸਬਰਗ ਠੀਕ ਹੈ। ਉਹ ਸਾਰੀ ਧਰਤੀ ਕਿਹੋ ਜਿਹੀ ਬਣ ਗਈ ਸੀ? ਕਬਰਸਤਾਨ ਬਣ ਗਈ ਸੀ, ਕਿਉਂਕਿ ਉੱਥੇ ਜ਼ਹਿਰੀਲੇ ਬੰਬ ਜਿਹੜੇ ਡਿੱਗਣੇ ਸ਼ੁਰੂ ਹੋ ਗਏ ਸੀਗੇ ਠੀਕ ਹੈ ਬੇਟਾ। ਪੰਜਾਬ ਕੌਰ ਦੇ ਸਾਥੀ ਕੌਣ ਸਨ? ਨਾਲ ਦੇ ਖੇਤ ਵਿੱਚ ਲੱਗੀ ਤੋਪ ਦੇ ਤੋਪਚੀ ਉਸ ਨੂੰ ਡੈਸ਼ ਦੇ ਕੇ ਚਲੇ ਜਾਂਦੇ। ਕੀ ਦੇ ਕੇ ਚਲੇ ਜਾਂਦੇ ਸੀ? ਧਰਵਾਸ ਦੇ ਕੇ ਚਲੇ ਜਾਂਦੇ ਸੀ, ਮਤਲਬ ਹੌਸਲਾ ਦੇ ਕੇ ਚਲੇ ਜਾਂਦੇ ਸੀਗੇ। ਪੰਜਾਬ ਕੌਰ ਤੋਪਚੀਆਂ ਨੂੰ ਕੀ ਪਿਆਉਂਦੀ ਸੀ? ਚਾਹ ਪਿਆਉਂਦੀ ਸੀ। ਪੰਜਾਬ ਕੌਰ ਉਹਨਾਂ ਨੂੰ ਕੀ ਕਹਿ ਕੇ ਪੁਕਾਰਦੀ ਸੀ? ਸ਼ੇਰ ਦੇ ਬੱਚੇ। ਹੁਣ ਠੀਕ ਹੈ ਬੇਟਾ, ਇੱਕ ਪੈਰਾ ਆਪਾਂ ਨੇ ਪਿੱਛੇ ਪੜ੍ਹ ਲਿਆ ਠੀਕ ਹੈ, ਉਹਦੇ 9 ਕੁਐਸਚਨ ਇਹ ਹੋ ਗਏ। ਉਸ ਤੋਂ ਬਾਅਦ ਫਿਰ ਇੱਕ ਪੈਰਾ ਤੁਹਾਨੂੰ ਹੋਰ ਆਣਾ ਹੈ ਠੀਕ ਹੈ। ਤਾਂ ਟੋਟਲ ਆਪਣੇ ਜਿਹੜੇ ਹੈਗੇ ਨੇ ਆਪਣੀ ਪੰਜਾਬੀ ਦੀ ਬੁੱਕ ਦੇ ਵਿੱਚ 27 ਚੈਪਟਰ ਨੇ ਠੀਕ ਹੈ। 27 ਚੈਪਟਰਸ ਦੇ ਵਿੱਚੋਂ ਤੁਹਾਨੂੰ 2 ਪੈਰੇ ਆਣੇ ਨੇ 18 ਨੰਬਰ ਦੇ। ਹਰੇਕ ਪੈਰੇ ਦੇ ਜਿਹੜੇ ਇੱਕ ਪੈਰਾ ਹੋਏਗਾ 9 ਨੰਬਰ ਦਾ ਹੋਏਗਾ ਤੇ ਹਰੇਕ ਕੁਐਸਚਨ 1 ਨੰਬਰ ਦਾ ਹੋਏਗਾ ਠੀਕ ਹੈ। ਹੁਣ ਸੈਕਿੰਡ ਪੈਰਾ ਆ ਗਿਆ ਆਪਣਾ। ਰੰਧਾਵਾ ਜੀ ਮਿਹਨਤ ਦੇ ਕਦਰਦਾਨ ਸਨ।
ਉਹਨਾਂ ਨੂੰ ਅਹਿਸਾਸ ਸੀ ਕਿ ਪੰਜਾਬ ਦਾ ਜ਼ਿਮੀਂਦਾਰ ਬਹੁਤ ਮਿਹਨਤ ਕਰਦਾ ਹੈ ਪਰ ਉਸ ਦੇ ਪੱਲੇ ਕੁਝ ਨਹੀਂ ਪੈਂਦਾ। ਰੰਧਾਵਾ ਜੀ ਇਹ ਕਹਿਣਾ ਸੱਚ ਸੀ ਕਿ ਪੰਜਾਬ ਵਿੱਚ ਖੁਸ਼ਹਾਲੀ ਤਾਂ ਹੀ ਆਵੇਗੀ ਜੇ ਇਸ ਦਾ ਜ਼ਿਮੀਂਦਾਰ ਖੁਸ਼ਹਾਲ ਹੋਵੇਗਾ। ਜਿੰਨੀ ਦੇਰ ਡਾਕਟਰ ਰੰਧਾਵਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਰਹੇ, ਉਹਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਭਰਪੂਰ ਸੇਵਾ ਕੀਤੀ। ਖੇਤਾਂ ਨੂੰ ਵਾਹੁਣ ਦੇ ਵਿਗਿਆਨਕ ਢੰਗ, ਬੀਜਣ ਦੇ ਵਿਗਿਆਨਕ ਢੰਗ, ਫਸਲਾਂ ਨੂੰ ਖਾਦਾਂ ਪਾਉਣ ਤੇ ਕੀੜਿਆਂ ਤੋਂ ਬਚਾਉਣ ਲਈ ਕੀੜੇਮਾਰ ਦਵਾਈਆਂ ਛਿੜਕਣ ਦੇ ਢੰਗ ਦੱਸਣ ਲਈ ਯੂਨੀਵਰਸਿਟੀ ਵਿੱਚ ਇੱਕ ਵਿਭਾਗ ਕਾਇਮ ਕੀਤਾ ਗਿਆ। ਇਹ ਵਿਭਾਗ ਫਸਲਾਂ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਦੇਣ ਵਾਲਾ ਸਾਹਿਤ ਛਾਪ ਕੇ ਕਿਸਾਨਾਂ ਵਿੱਚ ਮੁਫਤ ਵੰਡਦਾ ਤੇ ਰੰਧਾਵਾ ਜੀ ਦੀਆਂ ਕੋਸ਼ਿਸ਼ਾਂ ਨਾਲ ਹੀ ਹੁਣ ਤੱਕ ਖੇਤੀਬਾੜੀ ਦੇ ਮਾਹਿਰ ਕਿਸਾਨ ਮੇਲੇ ਲਾ ਕੇ ਜ਼ਿਮੀਂਦਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਮਲੀ ਰੂਪ ਵਿੱਚ ਹਾਜ਼ਰ ਹੁੰਦੇ ਹਨ। ਜ਼ਿਮੀਂਦਾਰਾਂ ਦੀ ਆਮਦਨ ਵਧਾਉਣ ਲਈ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਮੁਫਤ ਦਿੱਤੀ ਜਾਂਦੀ ਹੈ। ਹੁਣ ਆਪਾਂ ਨੇ ਇਹ ਪੈਰਾ ਪੜ੍ਹ ਲਿਆ ਬੇਟਾ, ਠੀਕ ਹੈ। ਉਸ ਤੋਂ ਬਾਅਦ ਹੁਣ ਆਪਾਂ ਫਸਟ ਕੁਐਸਚਨ ਪੜ੍ਹਦੇ ਹਾਂ। ਕੀ ਹੈ? ਰੰਧਾਵਾ ਜੀ ਕਿਸ ਦੇ ਕਦਰਦਾਨ ਸਨ? ਮਿਹਨਤ ਦੇ ਕਦਰਦਾਨ ਸਨ, ਠੀਕ ਹੈ। ਅੱਗੇ ਸੈਕੰਡ ਕੁਐਸਚਨ ਹੈਗਾ, ਡਾਕਟਰ ਰੰਧਾਵਾ ਅਨੁਸਾਰ ਪੰਜਾਬ ਵਿੱਚ ਖੁਸ਼ਹਾਲੀ ਕਿਵੇਂ ਆਵੇਗੀ ਜੇ ਇੱਥੋਂ ਦਾ ਜ਼ਿਮੀਂਦਾਰ ਖੁਸ਼ਹਾਲ ਹੋਵੇਗਾ, ਠੀਕ ਹੈ। 4 ਆਪਸ਼ਨ ਆਉਣਗੇ, ਚਾਰਾਂ ਦੇ ਵਿੱਚੋਂ ਕੋਈ ਇੱਕ ਤੇ ਸਹੀ ਦਾ ਟਿਕ ਲਗਾਉਣਾ ਤੁਸੀਂ ਨੇ, ਠੀਕ ਹੈ। ਡਾਕਟਰ ਰੰਧਾਵਾ ਕਿਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਸਨ? ਆਪਾਂ ਨੇ ਪਹਿਰੇ ਦੇ ਵਿੱਚ ਪੜ੍ਹਿਆ ਬੇਟਾ, ਪੰਜਾਬ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਰਹੇ ਸੀਗੇ। ਡਾਕਟਰ ਰੰਧਾਵਾ ਨੇ ਕਿਸ ਦੀ ਭਰਪੂਰ ਸੇਵਾ ਕੀਤੀ ਸੀ? ਪੰਜਾਬ ਦੇ ਕਿਸਾਨਾਂ ਦੀ ਸੇਵਾ ਕੀਤੀ ਸੀ। ਕੀੜੇਮਾਰ ਦਵਾਈਆਂ ਛਿੜਕਣ ਦੇ ਢੰਗ ਦੱਸਣ ਲਈ ਡੈਸ਼ ਵਿੱਚ ਇੱਕ ਵਿਭਾਗ ਕਾਇਮ ਕੀਤਾ ਗਿਆ। ਕਿੱਥੇ ਵਿਭਾਗ ਕਾਇਮ ਕੀਤਾ ਗਿਆ ਸੀ? ਯੂਨੀਵਰਸਿਟੀ ਦੇ ਵਿੱਚ। ਇਹ ਵਿਭਾਗ ਸੰਬੰਧੀ ਸਾਹਿਤ ਛਾਪ ਕੇ ਕਿਸਾਨਾਂ ਵਿੱਚ ਮੁਫਤ ਵੰਡਦਾ ਹੈ। ਕਿੰਨਾ ਸੰਬੰਧੀ? ਖੇਤੀਬਾੜੀ ਸੰਬੰਧੀ ਸਾਹਿਤ ਛਾਪੇ ਉਹਨਾਂ ਨੇ, ਡਾਕਟਰ ਰੰਧਾਵਾ ਨੇ, ਤੇ ਕਿਸਾਨਾਂ ਦੇ ਵਿੱਚ ਇਹ ਮੁਫਤ ਵੰਡਦੇ ਸੀਗੇ। ਕਿਸਾਨ ਮੇਲਿਆਂ ਵਿੱਚ ਕੀ ਹੁੰਦਾ ਹੈ? ਨਵੇਂ ਕਿਸਾਨ ਨਵੇਂ ਬੀਜ ਖਰੀਦਦਾ ਹੈ ਜਾਂ ਖੇਤੀਬਾੜੀ ਮਾਹਿਰ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਦੱਸਦੇ ਸਨ। ਕਿਸਾਨ ਭੰਗੜਾ ਪਾਉਂਦੇ ਸਨ, ਪਹਿਲਵਾਨ ਕੁਸ਼ਤੀਆਂ ਲੜਦੇ ਸਨ। ਇਹਦੇ ਵਿੱਚ ਕਿਸਾਨ ਮੇਲੇ ਜਦੋਂ ਲਾਏ ਜਾਂਦੇ ਸੀ, ਕਦ ਵਾਸਤੇ ਲਾਏ ਜਾਂਦੇ ਸੀ? ਜਿਹੜੇ ਖੇਤੀਬਾੜੀ ਦੇ ਮਾਹਿਰ ਸੀ, ਐਕਸਪਰਟ ਸੀ, ਠੀਕ ਹੈ, ਉਹ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਸੀ। ਉਹਨਾਂ ਨੂੰ ਦੱਸਦੇ ਸੀ ਕਿਸ ਤਰ੍ਹਾਂ ਦੇ ਸਹੀ ਢੰਗ ਦੇ ਬੀਜ ਲੈਣੇ ਨੇ ਤੁਸੀਂ ਨੇ, ਕਿਸ ਤਰ੍ਹਾਂ ਬੀਜ ਬੀਜਣੇ ਨੇ, ਕਿਹੜੀਆਂ ਕੀੜੇਮਾਰ ਦਵਾਈਆਂ ਤੁਸੀਂ ਨੇ ਵਰਤਣੀਆਂ ਨੇ, ਠੀਕ ਹੈ। ਜ਼ਿਮੀਂਦਾਰ ਦੀ ਆਮਦਨ ਵਧਾਉਣ ਲਈ ਕੀ ਕੀਤਾ ਜਾਂਦਾ ਸੀਗਾ? ਉਹਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਕਿੱਤਿਆਂ ਦੀ ਸਿਖਲਾਈ ਵੀ ਦਿੱਤੀ ਜਾਂਦੀ ਸੀ। ਜਿਵੇਂ ਤੁਸੀਂ ਪਸ਼ੂ ਪਾਲਣ ਕਰ ਸਕਦੇ ਹੋ, ਮਧੂ ਮੱਖੀ ਪਾਲਣ, ਠੀਕ ਹੈ, ਉਹਨਾਂ ਨੂੰ ਨਾਲ ਸਹਾਇਕ ਕਿੱਤਿਆਂ ਦੀ ਵੀ ਸਿਖਲਾਈ ਦਿੱਤੀ ਜਾਂਦੀ ਸੀਗੀ। ਨੈਕਸਟ ਹੈਗਾ ਕਿਸਾਨ ਮੇਲਿਆਂ ਦਾ ਆਰੰਭ ਕਿਸ ਦੀਆਂ ਕੋਸ਼ਿਸ਼ਾਂ ਸਦਕਾ ਹੋਇਆ? ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀਆਂ ਕੋਸ਼ਿਸ਼ਾਂ ਦੇ ਸਦਕਾ। ਉਪਰੋਕਤ ਇਹ ਆਪਾਂ ਨੇ, ਠੀਕ ਹੈ, 9 ਕੁਐਸਚਨ ਆਪਣੇ ਹੋ ਗਏ ਦੋਨੇ ਪੈਰਾਂ ਦੇ ਟੋਟਲ ਮਿਲਾ ਕੇ 18 ਕੁਐਸਚਨ ਬਣ ਗਏ। ਉਹ ਆਪਣੇ ਬੇਟਾ ਦੋਨੇ ਪੈਰੇ ਕਰ ਲਏ। ਉਸ ਤੋਂ ਬਾਅਦ 3rd ਨੰਬਰ ਤੇ ਕੀ ਆਏਗਾ? ਉਪਰੋਕਤ ਪੈਰਿਆਂ ਵਿੱਚੋਂ ਕੋਈ 2 ਪੜਨਾਮ ਸ਼ਬਦ ਚੁਣੇ ਨੇ। ਜਿਹੜੇ ਆਪਾਂ ਨੇ 2 ਪੈਰੇ ਪੜ੍ਹ ਲਏ, ਉਹਨਾਂ ਦੇ ਵਿੱਚੋਂ ਕੋਈ 2 ਪੜਨਾਮ ਚੁਣ ਕੇ ਤੁਸੀਂ ਨੇ ਲਿਖਣੇ ਨੇ, ਠੀਕ ਹੈ, 2 ਨੰਬਰ ਦੇ ਹੋਣਗੇ। ਫਿਰ ਨੈਕਸਟ ਹੈ 4th ਨੰਬਰ ਤੇ ਆਏਗਾ ਉਪਰੋਕਤ ਪੈਰਿਆਂ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਵਿਕਲਪ ਚੁਣੋ, ਠੀਕ ਹੈ। ਸਾਥੀ ਸ਼ਬਦ ਦਾ ਵਿਰੋਧੀ ਲਿੰਗ ਚੁਣਨਾ ਹੈ। ਕੀ ਆਏਗਾ? ਸਾਥਣ। ਹੇਠ ਲਿਖਿਆ ਵਿੱਚੋਂ ਕਿਹੜੇ ਸ਼ਬਦ ਕਿਰਿਆ ਵਿਸ਼ੇਸ਼ਣ ਨੇ? ਦਰਾਂ ਅੱਗੇ, ਵੇਲੇ ਕੁਵੇਲੇ, ਖਬਰਾਂ, ਪੁਕਾਰਦੀ। ਇਹਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਕੀ ਹੈ? ਪੁਕਾਰਦੀ, ਠੀਕ ਹੈ। ਤਾਂ ਇਹ ਤੁਹਾਨੂੰ 6 ਨੰਬਰ ਦੇ ਆਣਗੇ। ਉਸ ਤੋਂ ਬਾਅਦ ਫਿਰ 5ਵੇਂ ਨੰਬਰ ਤੇ ਤੁਹਾਨੂੰ ਆਏਗਾ ਹੇਠ ਲਿਖੇ ਵਿਸ਼ਰਾਮ ਚਿੰਨ੍ਹ ਸਾਹਮਣੇ ਦਿੱਤੇ ਗਏ ਬ੍ਰੈਕਟਾਂ ਵਿੱਚ ਲਿਖੋ। ਡੰਡੀ ਜਾਂ ਪੂਰਨ ਵਿਸ਼ਰਾਮ, ਡੰਡੀ, ਛੁੱਟ ਮਰੋੜੀ ਹੋ ਗਈ, ਠੀਕ ਹੈ, ਜਿਹੜੀ ਆਪਾਂ ਇਸ ਤਰ੍ਹਾਂ ਕਰਕੇ ਕਰਦੇ ਹਾਂ, ਇਹਨੂੰ ਕਹਿੰਦੇ ਨੇ ਛੁੱਟ ਮਰੋੜੀ, ਠੀਕ ਹੈ। ਜਿਵੇਂ ਆਪਾਂ ਵਿੱਚ ਪਾਉਣਾ ਜਾਂ ਵਿੱਚੋਂ ਪਾਉਣਾ ਤਾਂ ਆਪਾਂ ਚੱਚੇ ਨੂੰ ਪਾ ਕੇ ਹੋੜਾ ਸ਼ਾਰਟ ਚ ਲਿਖਦੇ ਹਾਂ ਜਿਹੜੇ ਆਪਾਂ ਅੱਖਰ, ਠੀਕ ਹੈ। 2 ਬਿੰਦੀ ਡੈਸ਼, 2 ਬਿੰਦੀਆਂ ਪਾ ਕੇ ਫਿਰ ਡੈਸ਼। ਚਿੰਨ੍ਹ ਕੀ ਹੈ? ਆਪਣਾ ਪ੍ਰਸ਼ਨ ਚਿੰਨ੍ਹ ਆ ਗਿਆ, ਇਹ ਸਮਝ ਗਏ। ਫਿਰ ਇਸ ਤੋਂ ਬਾਅਦ 6ਵੇਂ ਪਾਠ ਦੇ ਵਿੱਚ ਆਣਗੇ ਵਿਰੋਧੀ ਸ਼ਬਦ। 6 ਤੁਹਾਨੂੰ ਵਿਰੋਧੀ ਸ਼ਬਦ ਆਣਗੇ, 1-1 ਨੰਬਰ ਦੇ ਆਣਗੇ, ਠੀਕ ਹੈ। ਤੁਸੀਂ ਇਹਨਾਂ ਦਾ ਕੀ ਹੈ? ਸਹੀ ਮਿਲਾਨ ਕਰਕੇ ਅੱਗੇ ਭਾਗ ਆੜ ਆ ਜਾਏਗਾ ਬੇਟਾ, ਠੀਕ ਹੈ। ਹੇਠ ਲਿਖੀਆਂ ਕਾਵਿ ਸਤਰਾਂ ਦਾ ਭਾਵ ਅਰਥ ਸਪਸ਼ਟ ਕਰਨਾ ਹੈ। 2 ਨੰਬਰ ਦੇ ਹੋਣਗੇ, ਕੋਈ 2 ਆਣਗੇ ਤੁਹਾਨੂੰ ਭਾਵ ਅਰਥ ਨੇ ਜਿਹੜੇ ਤੁਸੀਂ ਇਹਨਾਂ ਦੇ ਅਰਥ ਲਿਖਣੇ ਨੇ। ਗੁੜ ਖਾਂਦੇ ਭਿੰਨ ਭੇਦ ਕੋਈ ਨਾ ਵਿਚਾਰਦਾ, ਗੁੜ ਵਾਲਾ ਚੱਕ ਸਭ ਨੂੰ ਪਿਆਰਦਾ, ਜਾਂ ਤੇਰੇ ਜ਼ਰੇ ਜ਼ਰੇ ਅੰਦਰ ਆਪਣਤ ਜਿਹੀ ਕੋਈ ਵਸਦੀ ਹੈ, ਤੇਰੀ ਗੋਦੀ ਵਿੱਚ ਬੈੰਦਿਆਂ ਹੀ ਦੁਨੀਆ ਦੀ ਚਿੰਤਾ ਨੱਸਦੀ ਹੈ, ਠੀਕ ਹੈ। ਜਿਹੜੀਆਂ ਆਪਣੀਆਂ ਕਵਿਤਾਵਾਂ ਨੇ, ਕਵਿਤਾਵਾਂ ਦੇ ਵਿੱਚੋਂ ਇਹ ਭਾਵ ਅਰਥ ਸਪਸ਼ਟ ਕਰਨੇ ਜਾਣਗੇ ਜਿਹੜੇ ਮੈਂ ਤੁਹਾਨੂੰ ਸਮਝਾਈਆਂ ਹੋਈਆਂ ਨੇ, ਠੀਕ ਹੈ। ਇਹ ਆਣਗੇ 2 ਨੰਬਰ ਦੀਆਂ ਬੇਟੇ। ਫਿਰ ਉਸ ਤੋਂ ਬਾਅਦ ਹੈਗਾ 8ਵੇਂ ਨੰਬਰ 'ਚ ਆਏਗਾ ਹੇਠ ਲਿਖੇ ਕੋਈ 5 ਪ੍ਰਸ਼ਨ ਕਰਨੇ ਨੇ। ਤੁਹਾਨੂੰ 7 ਕੁਐਸਚਨ ਆਣਗੇ, 7 ਦੇ ਵਿੱਚੋਂ ਕੋਈ 5 ਕੁਐਸਚਨ ਕਰਨੇ ਹੋਣਗੇ, 2-2 ਨੰਬਰ ਦੇ ਆਣਗੇ, 10 ਨੰਬਰ ਦੇ ਕੁਐਸਚਨ ਆਉਣਗੇ, ਠੀਕ ਹੈ। ਫਿਰ ਤੁਹਾਨੂੰ ਜਿਹੜੇ ਆਪਾਂ ਚੈਪਟਰ ਦੇ ਵਿੱਚ ਮੁਹਾਵਰੇ ਕਰਦੇ ਹੁੰਦੇ ਨੇ ਨਾ, ਵਾਕਾਂ ਵਿੱਚ ਵਰਤੋਂ ਮੁਹਾਵਰੇ, ਉਹ ਤੁਸੀਂ ਨੇ ਸਾਰੇ ਕਰਨੇ ਨੇ ਬੇਟਾ ਧਿਆਨ ਨਾਲ, ਠੀਕ ਹੈ।
ਤਾਂ ਹੁਣ ਇਹ ਕੋਈ 5 ਸ਼ਬਦ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ, ਠੀਕ ਹੈ। 2 ਨੰਬਰ ਦਾ 1 ਨੰਬਰ ਦਾ ਅਰਥ ਹੋਏਗਾ ਤੇ 1 ਨੰਬਰ ਦਾ ਵਾਕ ਹੋਏਗਾ, ਠੀਕ ਹੈ। ਤੁਸੀਂ ਨੇ 7 ਜਾਂ 8 ਆਣਗੇ ਟੋਟਲ, ਠੀਕ ਹੈ। ਵਾਕ ਜਾਂ ਮੁਹਾਵਰੇ ਉਹਨਾਂ ਦੇ ਵਿੱਚੋਂ ਤੁਸੀਂ ਨੇ ਕੋਈ 5 ਕਰਨੇ ਨੇ। ਹਰੇਕ ਜਿਹੜਾ ਮੁਹਾਵਰਾ ਹੋਏਗਾ ਉਹ ਕੀ ਹੈ 2 ਨੰਬਰ ਦਾ ਹੋਏਗਾ। 1 ਨੰਬਰ ਦਾ ਉਹਦਾ ਅਰਥ ਹੋਏਗਾ ਤੇ 1 ਨੰਬਰ ਦਾ ਉਹਦਾ ਵਾਕ ਬਣਾਉਣਾ ਹੋਏਗਾ, ਠੀਕ ਹੈ। ਜਿਵੇਂ ਦਿਲ ਭਰ ਆਉਣਾ, ਮਨਮੋਹਕ, ਸੈਰ ਸਪਾਟਾ, ਗੁਲਜ਼ਾਰ ਵਾਂਗ ਖਿੜਨਾ, ਦਲਿੱਦਰ, ਸੰਨਿਆਸ ਲੈ ਲੈਣਾ, ਬਾਦਸ਼ਾਹੀ, ਪਾਰਦਰਸ਼ੀ, ਠੀਕ ਹੈ। ਇਹ ਤੁਹਾਨੂੰ ਮੁਹਾਵਰੇ ਆਣ। ਨੈਕਸਟ ਆਏਗਾ ਵਿਆਕਰਨ ਪਾਠ ਦੇ ਵਿੱਚੋਂ, ਠੀਕ ਹੈ। ਹੇਠ ਲਿਖੇ ਵਾਕ ਵਿੱਚੋਂ ਨਾਮ ਲੱਭ ਕੇ ਲਿਖੋ। ਤੁਹਾਨੂੰ ਕੋਈ ਇੱਕ ਵਾਕ ਆਏਗਾ 2 ਨੰਬਰ ਦਾ ਹੋਏਗਾ, ਉਹਦੇ ਵਿੱਚੋਂ ਤੁਸੀਂ ਨੇ ਨਾਮ ਲੱਭ ਕੇ ਲਿਖਣਾ ਹੈ। ਫਿਰ ਆਣਗੇ ਤੁਹਾਨੂੰ 11ਵੇਂ ਨੰਬਰ ਤੇ ਆਣਗੇ ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖਣਾ। ਤੁਸੀਂ ਨੇ ਜਿਹੜਾ ਲੇਖ ਹੋਏਗਾ 10 ਨੰਬਰ ਦਾ ਉਹ ਲੇਖ ਹੋਏਗਾ ਬੇਟਾ, ਠੀਕ ਹੈ। ਜਿਵੇਂ ਸ਼ਹੀਦ ਭਗਤ ਸਿੰਘ, ਵੱਧ ਰਹੀ ਆਬਾਦੀ, ਦੀਵਾਲੀ, 15 ਅਗਸਤ, ਅੱਖੀ ਡਿਠਾ ਮੈਚ। ਹੁਣ ਤੁਸੀਂ ਕਹੋਗੇ ਵੀ ਕਿਵੇਂ ਇਹਨਾਂ ਨੂੰ ਯਾਦ ਕਰੀਏ, ਵੀ ਕਿਵੇਂ ਕੋਈ ਵੀ ਐਸੇ ਆ ਸਕਦਾ ਹੈ। ਇਹ ਆਪਾਂ ਨੇ ਕਿਵੇਂ ਕਰਨੇ ਨੇ ਬੇਟਾ, 5 ਪਾਰਟ ਦਿੱਤੇ ਹੋਏ ਹੋਣਗੇ, ਠੀਕ ਹੈ। ਤੁਹਾਨੂੰ ਮੈਂ ਦੱਸਦੀ ਹਾਂ 5 ਪਾਰਟ ਹੋਣਗੇ। ਇਹ ਸਾਰਿਆਂ ਦੇ ਵਿੱਚੋਂ ਹਰੇਕ ਪਾਰਟ ਦੇ ਵਿੱਚੋਂ ਭਾਗ ਦੇ ਵਿੱਚੋਂ ਇੱਕ ਇੱਕ ਐਸੇ ਪਾਇਆ ਹੋਇਆ ਉਹਨਾਂ ਨੇ, ਠੀਕ ਹੈ। ਜਿਹੜਾ ਸ਼ਹੀਦ ਭਗਤ ਸਿੰਘ ਦਾ ਐਸੇ ਪਾਇਆ ਹੋਇਆ ਹੈ, ਇਹ ਸਭ ਤੋਂ ਪਹਿਲਾਂ ਕਿ ਜੀਵਨੀ ਵਾਲਾ। ਤੁਸੀਂ ਜਿਹੜੇ 5 ਪਾਰਟ ਨੇ ਉਹਨਾਂ ਦੇ ਵਿੱਚੋਂ ਕੋਈ 3 ਪਾਰਟ ਚੰਗੀ ਤਰ੍ਹਾਂ ਯਾਦ ਕਰ ਸਕਦੇ ਹੋ, 2 ਚਾਹੇ ਤੁਸੀਂ ਛੱਡ ਸਕਦੇ ਹੋ, ਠੀਕ ਹੈ। 3 ਪਾਰਟ ਜਿਹੜੇ ਹੋਣਗੇ, ਤਿੰਨ ਤੁਹਾਨੂੰ ਤਿੰਨੇ ਪਾਰਟ ਤੁਹਾਨੂੰ ਯਾਦ ਹੋਣਗੇ। ਤਿੰਨਾਂ ਦੇ ਵਿੱਚੋਂ 3 ਐਸੇ ਆ ਜਾਣਗੇ, ਤੁਹਾਨੂੰ ਤਿੰਨੇ ਯਾਦ ਹੋਣਗੇ, ਠੀਕ ਹੈ। ਜੇ 5 ਟੋਟਲ 5 ਐਸੇ ਆਣਗੇ। ਸ਼ਹੀਦ ਭਗਤ ਸਿੰਘ, ਠੀਕ ਹੈ। ਜਿਹੜਾ ਸ਼ਹੀਦ ਭਗਤ ਸਿੰਘ ਉਹ ਜੀਵਨੀਆਂ ਦੇ ਨਾਲ ਸੰਬੰਧਿਤ ਆਣਗੇ, ਠੀਕ ਹੈ। ਚਾਹੇ ਕਿਸੇ ਵੀ ਗੁਰੂ ਦੀ ਜੀਵਨੀ ਆ ਸਕਦੀ ਹੈ ਜਾਂ ਕਿਸੇ ਦੇਸ਼ ਭਗਤ ਦੀ ਜੀਵਨੀ ਆ ਸਕਦੀ ਹੈ। ਸਭ ਤੋਂ ਪਹਿਲਾਂ ਪਾ ਕੇ ਜੀਵਨੀਆਂ ਨਾਲ ਸੰਬੰਧਿਤ ਜਿਹੜੇ ਲੇਖ ਹੋਣਗੇ। ਨੰਬਰ 2 ਤੇ ਹੋਣਗੇ ਜਿਵੇਂ ਹੁਣ ਵੱਧ ਰਹੀ ਆਬਾਦੀ ਦੀ ਸਮੱਸਿਆ ਹੋਗੀ, ਠੀਕ ਹੈ। ਫਿਰ ਨੰਬਰ 2 ਤੇ ਹੋਣਗੇ ਜਿਹੜੇ ਕੀ ਹੈ ਮੇਲੇ ਤਿਉਹਾਰਾਂ ਦੇ ਨਾਲ ਸੰਬੰਧਿਤ ਹੋ ਗਏ। ਜਿਵੇਂ ਤੁਹਾਨੂੰ 15 ਅਗਸਤ ਰਾਸ਼ਟਰੀ ਤਿਉਹਾਰਾਂ ਦੇ ਨਾਲ ਆ ਗਿਆ, ਠੀਕ ਹੈ। 15 ਅਗਸਤ ਵੀ ਆ ਸਕਦਾ ਹੈ, ਮੇਲੇ ਆ ਸਕਦੇ ਨੇ, ਵਿਸਾਖੀ ਦਾ ਮੇਲਾ ਆ ਸਕਦਾ ਹੈ, ਠੀਕ ਹੈ। ਤਿਉਹਾਰਾਂ ਦੇ ਨਾਲ ਹੋ ਗਏ, ਦੀਵਾਲੀ, ਦੁਸ਼ਹਿਰਾ, ਇਹ ਤਿਉਹਾਰਾਂ ਦੇ ਨਾਲ ਸੰਬੰਧਿਤ ਆ ਸਕਦੇ ਨੇ। ਫਿਰ ਨੈਕਸਟ ਹੈਗਾ ਆ ਦੀਵਾਲੀ, ਇਹ ਵੀ ਤਿਉਹਾਰਾਂ ਦੇ ਨਾਲ ਸੰਬੰਧਿਤ ਆ ਗਿਆ, ਠੀਕ ਹੈ। ਤੁਹਾਨੂੰ ਦੱਸਦਾ ਵੱਧ ਰਹੀ ਆਬਾਦੀ ਸਮੱਸਿਆ ਤੁਹਾਨੂੰ ਬਾਅਦ ਚ ਦੱਸਦੀ ਹਾਂ ਮੈਂ, ਠੀਕ ਹੈ। ਫਿਰ 15 ਅਗਸਤ ਰਾਸ਼ਟਰੀ ਤਿਉਹਾਰਾਂ ਨਾਲ ਸੰਬੰਧਿਤ, ਠੀਕ ਹੈ। ਇਹ ਹੋ ਗਿਆ 3rd ਪਾਰਟ ਹੋ ਗਿਆ। ਫਸਟ ਪਾਰਟ ਜੀਵਨੀਆਂ ਦੇ ਨਾਲ, ਸੈਕੰਡ ਪਾਰਟ ਹੈਗਾ ਮੇਲੇ ਤੇ ਤਿਉਹਾਰਾਂ ਦੇ ਨਾਲ, 3rd ਪਾਰਟ ਹੈਗਾ ਆਪਣਾ ਰਾਸ਼ਟਰੀ ਤਿਉਹਾਰਾਂ ਦੇ ਨਾਲ, 15 ਅਗਸਤ 26 ਜਨਵਰੀ, ਠੀਕ ਹੈ, ਉਹਨਾਂ ਦੇ ਨਾਲ ਹੋ ਗਿਆ। ਅੱਖੀ ਡਿਠਾ ਮੈਚ ਹੋ ਗਿਆ। ਫਿਰ ਜਿਹੜਾ ਅੱਖੀ ਡਿਠਾ ਮੈਚ ਹੋ ਗਿਆ ਇਹ ਪੇਂਡੂ ਜਾਂ ਸ਼ਹਿਰੀ ਜੀਵਨ ਦੇ ਨਾਲ ਸੰਬੰਧਿਤ ਹੋ ਗਿਆ, ਠੀਕ ਹੈ। ਵਿਦਿਆਰਥੀ ਜੀਵਨ ਦੇ ਪੱਖ ਦੇ ਨਾਲ ਸੰਬੰਧਿਤ ਵੀ ਐਸੇ ਆ ਸਕਦਾ ਤੁਹਾਨੂੰ। ਤੇ ਵਿਗਿਆਨ ਤੇ ਵਿਗਿਆਨਕ ਚੇਤਨਾ ਨਾਲ, ਜਿਵੇਂ ਕੰਪਿਊਟਰ ਦਾ ਮਹੱਤਵ, ਅਖਬਾਰਾਂ ਦੇ ਲਾਭ ਹਾਨੀਆਂ, ਇਹ ਚੀਜ਼ ਹੋ ਸਕਦਾ, ਠੀਕ ਹੈ। ਜਿਹੜਾ ਵਿਦਿਆਰਥੀ ਦੇ ਜੀਵਨ ਦੇ ਪੱਖ ਨਾਲ ਸੰਬੰਧਿਤ ਹੈ ਉਹ ਕੀ ਆਏਗਾ ਤੁਹਾਨੂੰ, ਜਿਵੇਂ ਵਿਦਿਆਰਥੀ ਦੇ ਅਨੁਸ਼ਾਸਨ ਹੋ ਗਿਆ, ਫੈਸ਼ਨ ਦੀ ਵੱਧ ਰਹੀ, ਬੇਰੁਜ਼ਗਾਰੀ ਦੀ ਵੱਧ ਰਹੀ ਸਮੱਸਿਆ, ਇਹ ਵਾਲੇ ਹੋ ਗਏ, ਠੀਕ ਹੈ। ਤਾਂ ਇਹ ਜਿਹੜੇ 5 ਪਾਰਟ ਹੋਣਗੇ ਤੁਹਾਨੂੰ ਜੀਵਨੀਆਂ ਨਾਲ ਸੰਬੰਧਿਤ, ਪੇਂਡੂ ਤੇ ਸ਼ਹਿਰੀ ਜੀਵਨ ਦੇ ਨਾਲ ਸੰਬੰਧਿਤ, ਠੀਕ ਹੈ, ਮੇਲੇ ਤੇ ਤਿਉਹਾਰਾਂ ਦੇ ਨਾਲ ਸੰਬੰਧਿਤ, ਵਿਦਿਆਰਥੀ ਜੀਵਨ ਦੇ ਪੱਖ ਨਾਲ ਸੰਬੰਧਿਤ ਤੇ ਵਿਗਿਆਨ ਤੇ ਵਿਗਿਆਨਕ ਚੇਤਨਾ ਦੇ ਨਾਲ ਸੰਬੰਧਿਤ। ਇਹ ਜਿਹੜੇ 5 ਭਾਗ ਹੋਣਗੇ ਤੁਹਾਨੂੰ, ਉਹ 5 ਭਾਗ ਦੇ ਵਿੱਚੋਂ ਹਰੇਕ ਭਾਗ ਦੇ ਵਿੱਚੋਂ ਇੱਕ ਇੱਕ ਐਸੇ ਤੁਹਾਨੂੰ ਆਏਗਾ। ਤੁਸੀਂ ਨੇ ਉਹਨਾਂ ਦੇ ਵਿੱਚੋਂ ਇਹ ਐਸੇ ਯਾਦ ਕਰ ਲੈਣੇ। ਕੋਈ ਚਾਹੇ 3 ਭਾਗ ਕਰ ਲਓ, ਪਰ ਤੁਹਾਨੂੰ ਐਸੇ ਨੇ ਜਿਹੜੇ ਚੰਗੀ ਤਰ੍ਹਾਂ ਯਾਦ ਹੋਣੇ ਚਾਹੀਦੇ ਨੇ। 10 ਨੰਬਰ ਦਾ ਇੱਕ ਐਸੇ ਹੋਏਗਾ। ਫਿਰ ਬੇਟਾ 8 ਨੰਬਰ ਦਾ ਤੁਹਾਨੂੰ ਕੀ ਹੈ, ਅਰਜੀ ਜਾਂ ਪੱਤਰ ਆਏਗਾ ਕੋਈ ਵੀ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਹਾਨੂੰ ਲਾਸਟ 30 ਨੰਬਰ ਤੇ ਆਏਗਾ ਹੇਠ ਲਿਖੇ ਡੱਬਿਆਂ ਵਿੱਚੋਂ ਕੋਈ ਘੱਟ ਤੋਂ ਘੱਟ 10 ਸਾਰਥਕ ਸ਼ਬਦ ਚੁਣਨੇ ਨੇ। ਇਹ ਤੁਹਾਨੂੰ ਇੱਕ ਬਾਕਸ ਆਏਗਾ, ਡੱਬਾ ਬਣਿਆ ਹੋਏਗਾ, ਠੀਕ ਹੈ। ਇਹਦੇ ਵਿੱਚੋਂ ਆਪਾਂ ਨੇ ਸਾਰਥਕ ਸ਼ਬਦ ਚੁਣਨੇ ਨੇ। ਸਾਰਥਕ ਸ਼ਬਦ ਕਿਹੜੇ ਹੁੰਦੇ ਨੇ, ਜਿਹੜੇ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ, ਉਹ ਕੀ ਹੁੰਦੇ ਨੇ, ਸਾਰਥਕ ਸ਼ਬਦ ਹੁੰਦੇ ਨੇ, ਠੀਕ ਹੈ। ਜਿਵੇਂ ਹੁਣ ਇਹਦੇ ਵਿੱਚ ਦੇਖੋ ਸਾਰਥਕ ਸ਼ਬਦ ਤੁਸੀਂ ਐਵੇਂ ਵੀ ਚੁਣ ਸਕਦੇ ਹੋ, ਠੀਕ ਹੈ। 10 ਚੁਣਨੇ ਨੇ, 1 ਨੰਬਰ ਦਾ ਇੱਕ ਹੋਏਗਾ, ਟੋਟਲ 10 ਕਰਨੇ ਨੇ, 10 ਨੰਬਰ ਦੇ ਹੋਣਗੇ। ਐਵੇਂ ਵੀ ਚੁਣ ਸਕਦੇ ਹੋ ਤੇ ਐਵੇਂ ਵੀ ਕਰ ਸਕਦੇ ਹੋ ਤੁਸੀਂ, ਠੀਕ ਹੈ। ਹੁਣ ਇਹਦੇ ਵਿੱਚ ਸਾਰਥਕ ਸ਼ਬਦ ਕੀ ਬਣ ਰਿਹਾ, ਫਿਲਮ, ਠੀਕ ਹੈ, ਇਹ ਬਣ ਗਿਆ। ਫਿਰ ਹੋਰ ਇਧਰੋਂ ਕਿਵੇਂ ਬਣ ਰਿਹਾ, ਰਾਰਾ, ਕੱਕੇ ਨੂੰ ਕੰਨਾ, ਰੋ, ਇਹ ਕੁਝ ਨਹੀਂ ਬਣ ਰਿਹਾ ਹੈਗਾ, ਠੀਕ ਹੈ। ਤਾਂ ਹੋਰ ਤੁਸੀਂ ਦੇਖੋ, ਤੁਸੀਂ ਇਸ ਤਰ੍ਹਾਂ ਇਹ ਸਾਰੇ ਲੱਭਣੇ ਨੇ। ਹੁਣ ਜਿਵੇਂ ਇਹਦੇ ਵਿੱਚੋਂ ਕਿਹੜੇ ਇਸ ਤਰ੍ਹਾਂ ਰੋ ਦੇ ਵਿੱਚ ਬਣ ਰਿਹਾ ਸਾਹਮਣੇ, ਠੀਕ ਹੈ। ਤਾਂ ਤੁਸੀਂ ਨੇ ਇਸ ਤਰ੍ਹਾਂ ਸਾਰੇ ਕੀ ਨੇ 10 ਇਹਦੇ ਵਿੱਚੋਂ ਸਾਰਥਕ ਸ਼ਬਦ ਲੱਭ ਕੇ ਉਹ ਲਿਖਣੇ ਨੇ ਤੁਸੀਂ ਨੇ ਬੇਟਾ, ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਕੀ ਆ ਜਾਏਗਾ, ਵਿਸ਼ੇਸ਼ਣ। ਫਿਰ 2 ਨੰਬਰ ਦੇ ਹੋਣਗੇ, ਵਿਸ਼ੇਸ਼ਣ ਤੋਂ ਕੀ ਭਾਵ ਹੈ, ਉਦਾਹਰਨ ਸਹਿਤ ਲਿਖਣਾ, ਜਾਂ ਕਿਰਿਆ ਤੋਂ ਕੀ ਭਾਵ ਹੈ, ਉਦਾਹਰਨ ਸਹਿਤ ਲਿਖਣਾ। ਇਹ ਤੁਸੀਂ ਨੇ ਦੋਨੋਂ ਕਰਨੇ ਨੇ। ਟੋਟਲ ਤੁਹਾਡਾ 90 ਮਾਰਕਸ ਦਾ ਜਿਹੜਾ ਕੀ ਹੈ ਤੁਹਾਡਾ ਪੇਪਰ ਹੋਏਗਾ। ਤੁਸੀਂ ਇਹ ਪੇਪਰ ਦਾ ਤੁਹਾਡੇ ਦਾ ਪੈਟਰਨ ਹੈ, ਇਸੇ ਤਰ੍ਹਾਂ ਹੀ ਤੁਹਾਡਾ ਫਾਈਨਲ ਐਗਜ਼ਾਮ ਦੇ ਵਿੱਚ ਪੇਪਰ ਆਏਗਾ। ਤੁਸੀਂ ਇਹ ਪੇਪਰ ਨੂੰ ਧਿਆਨ ਨਾਲ ਸਮਝ ਕੇ, ਠੀਕ ਹੈ, ਇਸ ਅਕੋਰਡਿੰਗ ਹੀ ਤਿਆਰੀ ਕਰਨੀ ਹੈ ਬੇਟਾ ਆਪਣੇ ਪੇਪਰ ਦੀ। ਓਕੇ, ਥੈਂਕ ਯੂ ਬੇਟਾ।